नमस्कार सत श्री अकाल आदाब दोस्तों, मैं हाँ मनीष बियाला ते तुसी देख रहे हो चढ़ती कला टाइम टीवी ते प्रोग्राम प्राइम टाइम चर्चा। ਅੱਜ ਦਾ ਜਿਹੜਾ ਸ਼ੋਅ ਹੈਗਾ ਇਹ ਕਾਫੀ ਜਾਣਕਾਰੀ ਭਰਪੂਰ ਹੈਗਾ ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹਰ ਇੱਕ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀ ਖਬਰ ਹੈ ਉਹ ਜ਼ਰੂਰ ਦੱਸ ਦਈਏ। ਪਰ ਸਭ ਤੋਂ ਪਹਿਲਾਂ ਅਸੀਂ ਬ੍ਰੇਕਿੰਗ ਨਿਊਜ਼ ਦੇ ਨਾਲ ਸ਼ੁਰੂ ਕਰਦੇ ਹਾਂ ਕਿਉਂਕਿ ਬ੍ਰੇਕਿੰਗ ਨਿਊਜ਼ ਜਿਹੜੀ ਇਹ ਹੈਗੀ ਹੈ ਕਿ ਜਿਸ ਤਰੀਕੇ ਨਾਲ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇਹ ਮੈਸੇਜ ਦਿੱਤਾ ਗਿਆ ਸੀ ਕਿ ਉਹ ਜਲਦ ਹੀ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਹੈ ਉਹ ਉਹਨੂੰ ਸਾਈਨ ਕਰਨ ਜਾ ਰਹੇ ਨੇ, ਜਿਸ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਗ੍ਰੀਨ ਕਾਰਡ ਨੇ ਉਹਨਾਂ ਨੂੰ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਇਮੀਗ੍ਰੇਸ਼ਨ ਦਾ ਉਹ ਥੋੜਾ ਜਿਹਾ ਸਿਸਟਮ ਬੰਦ ਕਰਨਾ ਚਾਹੁੰਦੇ ਸਨ। ਉਹਨਾਂ ਦਾ ਕਹਿਣ ਦਾ ਇਹ ਭਾਵ ਸੀ ਕਿ ਜਿਹੜੇ ਲੋਕ ਇਸ ਵੇਲੇ ਆਪਣੀਆਂ ਨੌਕਰੀਆਂ ਗਵਾ ਚੁੱਕੇ ਹੋਏ ਨੇ, ਸਭ ਤੋਂ ਪਹਿਲਾਂ ਪ੍ਰਾਇਓਰਟੀ ਜਿਹੜੀ ਹੈ, ਸਭ ਤੋਂ ਪਹਿਲਾਂ ਜਿਹਨਾਂ ਦੀ ਲਾਈਨ ਦੇ ਵਿੱਚ ਜਿਹੜੇ ਲੋਕ ਖੜੇ ਹੋਣੇ ਚਾਹੀਦੇ ਨੇ ਨਵੀਆਂ ਜੋਬਾਂ ਦੇ ਵਾਸਤੇ, ਉਹ ਸਿਰਫ ਤੇ ਸਿਰਫ ਅਮਰੀਕਨਸ ਹੋਣੇ ਚਾਹੀਦੇ ਨੇ। ਸੋ ਇਸ ਕਰਕੇ ਉਹਨਾਂ ਨੇ ਹੁਣ ਉਹ ਜਿਹੜਾ ਐਗਜ਼ੀਕਿਊਟਿਵ ਆਰਡਰ ਹੈ ਉਸ ਨੂੰ ਅੱਜ ਸਾਈਨ ਕਰ ਦਿੱਤਾ ਗਿਆ ਹੈ। ਤੇ ਜਾਣਕਾਰੀ ਦੇ ਮੁਤਾਬਿਕ ਜਿਹੜੀ ਹੁਣ ਤੱਕ ਸਾਡੇ ਕੋਲ ਖਬਰ ਹੈ, ਇਹ ਐਗਜ਼ੀਕਿਊਟਿਵ ਆਰਡਰ ਹੈ ਜਿਹੜਾ ਇਹ 60 ਦਿਨ ਤੱਕ ਜਿਹੜਾ ਉਹ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਦੁਬਾਰਾ ਇਸ ਚੀਜ਼ ਨੂੰ ਇਵੈਲੂਏਟ ਕੀਤਾ ਜਾਵੇਗਾ ਕਿ ਇਸ ਨੂੰ ਅੱਗੇ ਵਧਾਇਆ ਜਾਣਾ ਜਾਂ 60 ਦਿਨਾਂ ਦੇ ਬਾਅਦ ਹੀ ਇਸ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਜਾਵੇਗਾ। ਸੋ ਹੁਣ ਦੀ ਜਾਣਕਾਰੀ ਦੇ ਮੁਤਾਬਿਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਸਾਈਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਹੁਣ 60 ਦਿਨ ਤੱਕ ਜਿਹੜਾ ਉਹ ਬੈਨ ਲੱਗ ਗਿਆ ਕਿ ਕਿਸੇ ਨੂੰ ਵੀ ਗ੍ਰੀਨ ਕਾਰਡ ਜਿਹੜਾ ਅਗਲੇ 60 ਦਿਨਾਂ ਤੱਕ ਜਿਹੜਾ ਉਹ ਨਹੀਂ ਦਿੱਤਾ ਜਾਵੇਗਾ ਤੇ ਕੋਈ ਵੀ ਇਸ ਦੇ ਨਾਲ ਸੰਬੰਧਿਤ ਐਪਲੀਕੇਸ਼ਨ ਜਿਹੜੀ ਹੈ ਉਹ ਨਹੀਂ ਪਾਵੇਗਾ। ਇਸ ਤੋਂ ਬਾਅਦ ਹੁਣ ਕੀ ਤੱਥ ਨਿਕਲਦੇ ਨੇ ਜਾਂ ਕੀ ਅਪਡੇਟ ਹੁੰਦੀ ਹੈ, ਇਸ ਦੇ ਨਾਲ ਅਸੀਂ ਤੁਹਾਨੂੰ ਆਉਣ ਵਾਲੇ ਸ਼ੋਆਂ ਦੇ ਵਿੱਚ ਵਧੇਰੇ ਜਾਣਕਾਰੀ ਜਿਹੜੀ ਹੈ ਉਹ ਦਿੰਦੇ ਰਵਾਂਗੇ। ਹੁਣ ਤੱਕ ਦੀ ਬ੍ਰੇਕਿੰਗ ਨਿਊਜ਼ ਜਿਹੜੀ ਸੀ ਉਹ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦਾ ਸ਼ੋਅ ਵੀ ਜਿਹੜਾ ਹੈਗਾ ਉਹ ਕੋਵਿਡ-19 ਦੇ ਪ੍ਰਭਾਵ ਨੂੰ ਲੈ ਕੇ ਅਸੀਂ ਕਰ ਰਹੇ ਹਾਂ, ਲੇਕਿਨ ਉਸ ਦੇ ਉੱਤੇ ਗੱਲਬਾਤ ਕਰੀਏ, ਉਸ ਦੇ ਇਲਾਜ ਦੀ ਗੱਲ ਕਰੀਏ, ਉਸ ਤੋਂ ਕਿਸ ਤਰੀਕੇ ਨਾਲ ਬਚਣਾ ਹੈ ਉਹਦੇ ਬਾਰੇ ਗੱਲ ਕਰੀਏ। ਉਸ ਤੋਂ ਪਹਿਲਾਂ ਤੁਹਾਨੂੰ ਅੰਕੜੇ ਜਿਹੜੇ ਉਹ ਜਾਣਨੇ ਬੜੇ ਜ਼ਰੂਰੀ ਨੇ। ਦੁਨੀਆ ਭਰ ਦੀ ਅਗਰ ਗੱਲ ਕੀਤੀ ਜਾਵੇ, ਦੁਨੀਆ ਭਰ ਦੇ ਵਿੱਚ ਜਿਹੜੇ ਹੁਣ ਤੱਕ ਸਾਡੇ ਕੋਲ ਅੰਕੜੇ ਹੈਗੇ ਨੇ ਉਸ ਦੇ ਮੁਤਾਬਿਕ ਹੁਣ ਤੱਕ ਜਿਹੜਾ 26,42,958 ਕੇਸ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ। ਤਕਰੀਬਨ 1,84,326 ਲੋਕ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਇਸ ਕੋਵਿਡ-19 ਦੇ ਵਾਇਰਸ ਦੇ ਕਰਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ। ਹੁਣ ਤੱਕ 24 ਘੰਟਿਆਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ 65 ਬੰਦੇ ਜਿਹੜੇ ਨੇ 24 ਘੰਟਿਆਂ ਦੇ ਵਿੱਚ ਮਾਰੇ ਗਏ ਨੇ ਇਸ ਵਾਇਰਸ ਦੇ ਕਰਕੇ। ਸਭ ਤੋਂ ਵੱਧ ਜਿਸ ਤਰੀਕੇ ਨਾਲ ਅਸੀਂ ਬਾਰ-ਬਾਰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਚੀਜ਼ ਦਾ, ਇਸ ਵਾਇਰਸ ਦਾ ਅਸਰ ਜਿਹੜਾ ਉਹ ਅਮਰੀਕਾ ਦੇ ਵਿੱਚ ਹੈਗਾ। ਅਮਰੀਕਾ ਦੇ ਵਿੱਚ ਹੁਣ ਤੱਕ ਇਸ ਵਾਇਰਸ ਦੇ ਨਾਲ ਜਿਹੜੇ ਅਫੈਕਟਡ ਲੋਕ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 8,54,630 ਹੈਗੀ ਹੈ ਤੇ ਹੁਣ ਤੱਕ ਜਿਹੜਾ ਸਾਡੇ ਕੋਲ ਅੰਕੜਾ ਆਇਆ ਉਸ ਦੇ ਮੁਤਾਬਿਕ 47,800 ਲੋਕ ਅਮਰੀਕਾ ਭਰ ਦੇ ਵਿੱਚ ਇਸ ਕੋਵਿਡ-19 ਦੇ ਵਾਇਰਸ ਦੇ ਕਰਕੇ ਆਪਣੀ ਜਾਨ ਤੋਂ ਹੱਥ ਜਿਹੜੇ ਨੇ ਉਹ ਧੋ ਬੈਠੇ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇਹ ਪਹਿਲਾਂ ਤੁਹਾਡੇ ਵਾਸਤੇ ਅੰਕੜੇ ਨੇ, ਪਰ ਅਸੀਂ ਜ਼ਰੂਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਕਿ ਬਹੁਤ ਸਾਰੇ ਲੋਕ ਡਰੇ ਵੀ ਹੋਏ ਨੇ। ਪਰ ਤੁਹਾਨੂੰ ਦੱਸਦੇ ਹਾਂ ਕਿ ਜਿੰਨੇ ਲੋਕ ਇਸ ਵਾਇਰਸ ਦੇ ਕਰਕੇ ਜਿਨ੍ਹਾਂ ਦਾ ਦੇਹਾਂਤ ਹੋਇਆ ਉਸ ਤੋਂ ਕਈ ਗੁਣਾ ਉਹ ਲੋਕ ਵੀ ਹੈਗੇ ਨੇ ਜਿਹੜੇ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਵਾਪਸ ਪਰਤੇ ਨੇ, ਜਿਨ੍ਹਾਂ ਦੀ ਗਿਣਤੀ ਦੁਨੀਆ ਭਰ ਦੇ ਵਿੱਚ ਹੁਣ ਤੱਕ 7,82,115 ਹੈਗੀ ਹੈ। ਸੋ ਆਪਣੇ ਆਪ 'ਚ ਸਮਝੋ ਕਿ ਇਹ ਅੰਕੜੇ ਉਹਨਾਂ ਲੋਕਾਂ ਦੇ ਵੀ ਸਾਹਮਣੇ ਆ ਰਹੇ ਨੇ ਜਿਹੜੇ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਜਾ ਰਹੇ ਨੇ ਤੇ ਆਪਣੀ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਸ਼ੁਰੂ ਕਰ ਰਹੇ ਨੇ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ ਪੋਜ਼ਿਟਿਵ ਮਾਹੌਲ ਜਿਹੜਾ ਕ੍ਰੀਏਟ ਕਰੀਏ। ਜਿਹੜੇ ਲੋਕ ਇਸ ਵਾਇਰਸ ਦੇ ਨਾਲ ਦੋ ਚਾਰ ਹੋ ਰਹੇ ਨੇ, ਜਿਨ੍ਹਾਂ ਨੂੰ ਡਰ ਲੱਗ ਰਿਹਾ, ਅਸੀਂ ਉਹਨਾਂ ਦਾ ਹੌਸਲਾ ਬਣੀਏ ਤੇ ਉਹਨਾਂ ਨੂੰ ਜ਼ਰੂਰ ਇਹ ਆਸ਼ਾਵਾਦੀ ਬਣਾਈਏ ਕਿ ਤੁਸੀਂ ਇਸ ਜੰਗ ਨੂੰ ਜਿਹੜਾ ਜ਼ਰੂਰ ਜਿੱਤ ਜਾਓਗੇ। ਦੁਨੀਆ ਭਰ ਦੇ ਵਿੱਚ ਕਈ ਪੰਜਾਬੀ ਮੀਡੀਆ ਇਹੋ ਜਿਹਾ ਵੀ ਹੈਗਾ ਜਿਹੜਾ ਲਗਾਤਾਰ ਪੋਲੀਟੀਕਲ ਲੋਕਾਂ ਨੂੰ ਆਪਣੇ ਮੰਚ ਦੇ ਉੱਤੇ ਲਿਆ ਕੇ ਲੜਾਈਆਂ ਲੜ ਰਿਹਾ, ਇੱਕ ਦੂਜੇ ਦੀ ਇਲਜ਼ਾਮਬਾਜ਼ੀ ਦੀ ਲੜਾਈ ਲੜੀ ਜਾ ਰਹੀ ਹੈ। ਇਹ ਕੀਤਾ ਜਾ ਰਿਹਾ ਕਿ ਤੂੰ ਨਹੀਂ ਕੀਤਾ ਸੀ ਤੇ ਅਸੀਂ ਨਹੀਂ ਕੀਤਾ, ਇਸ ਤਰੀਕੇ ਦੀ ਜਿਹੜੀ ਹੈ ਮੇਨੀ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ। ਅਸੀਂ ਉਸ ਲੜਾਈ ਦਾ ਜਾਂ ਉਸ ਤਰੀਕੇ ਦੀ ਪੱਤਰਕਾਰੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਅਸੀਂ ਤੁਹਾਨੂੰ ਇੱਕ ਪੋਜ਼ਿਟਿਵ ਨਿਊਜ਼ ਦਿਖਾਉਣਾ ਚਾਹੁੰਦੇ ਹਾਂ, ਤੁਹਾਨੂੰ ਇਸ ਬਿਮਾਰੀ ਤੋਂ ਲੜਨ ਦਾ ਹੱਲ ਦਿਖਾਉਣਾ ਚਾਹੁੰਦੇ ਹਾਂ ਤੇ ਤੁਹਾਨੂੰ ਇਸ ਲੜਾਈ ਦੇ ਵਿੱਚ ਕਿਸ ਤਰੀਕੇ ਨਾਲ ਜਿੱਤ ਹਾਸਲ ਕਰਨੀ ਹੈ ਉਸ ਲਈ ਅਸੀਂ ਤੁਹਾਨੂੰ ਜਿਹੜਾ ਉਹ ਤਿਆਰ ਕਰਨਾ ਚਾਹੁੰਦੇ ਹਾਂ। ਸੋ ਸਾਡੇ ਵੱਲੋਂ ਇਹੋ ਹੀ ਸੰਭਵ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਪੋਜ਼ਿਟਿਵ ਖਬਰ ਜਿਹੜੀ ਆ ਉਹ ਤੁਹਾਡੇ ਤੱਕ ਲੈ ਕੇ ਆਈਏ ਤੇ ਤੁਹਾਨੂੰ ਉਹਦੇ ਨਾਲ ਜਿਹੜਾ ਮਿਲਾਈਏ ਅਤੇ ਤੁਹਾਨੂੰ ਜਿਹੜਾ ਸੁਚੇਤ ਕਰੀਏ ਕਿ ਅੱਜ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਹੈਗੇ ਨੇ।
ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਮੁਲਕ ਜਿਹੜੇ ਨੇ ਇਸ ਵੇਲੇ ਕੋਵਿਡ-19 ਦੇ ਨਾਲ ਲੜਨ ਦੇ ਲਈ ਦਵਾਈ ਬਣਾਉਣ ਦੇ ਵਿੱਚ ਲੱਗੇ ਹੋਏ ਨੇ। ਹਾਲੇ ਤੱਕ ਅਗਰ ਸਹੀ ਤਰੀਕੇ ਨਾਲ ਅਸੀਂ ਗੱਲ ਕਰੀਏ, ਦਵਾਈ ਬਣੀ ਨਹੀਂ ਹੋਈ। ਇਹ ਟਰਾਈਆਂ ਕੀਤੀਆਂ ਜਾ ਰਹੀਆਂ ਨੇ, ਇਹ ਯਤਨ ਕੀਤੇ ਜਾ ਰਹੇ ਨੇ ਕਿ ਜਲਦ ਤੋਂ ਜਲਦ ਮਾਰਕੀਟ ਦੇ ਵਿੱਚ ਜਿਹੜੀਆਂ ਨੇ ਉਹ ਦਵਾਈਆਂ ਜ਼ਰੂਰ ਆਉਣ। ਪਰ ਜਿਸ ਤਰੀਕੇ ਨਾਲ ਹੁਣ ਤੱਕ ਸਾਡੇ ਕੋਲ ਖਬਰਾਂ ਆ ਰਹੀਆਂ ਨੇ, ਜਿਸ ਤਰੀਕੇ ਨਾਲ ਸਾਡੇ ਕੋਲ ਹੁਣ ਤੱਕ ਜਿਹੜੇ ਰਿਪੋਰਟਸ ਆਈਆਂ ਨੇ, ਕਈ ਲੋਕ ਉਹਦੇ 'ਚ ਗੱਲ ਕਰ ਰਹੇ ਨੇ ਕਿ ਇਸ ਨੂੰ ਬਣਾਉਂਦੇ 8 ਮਹੀਨਿਆਂ ਤੋਂ ਵੱਧ ਦਾ ਸਮਾਂ ਜਿਹੜਾ ਉਹ ਲੱਗ ਸਕਦਾ ਹੈ। ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜਿਹੜਾ ਇਸ ਨੂੰ ਜਿਹੜਾ ਕਿਸ ਤਰੀਕੇ ਨਾਲ ਜਿੱਤ ਪਾਉਣੀ ਹੈ, ਕਿਸ ਤਰੀਕੇ ਨਾਲ ਅਸੀਂ ਇਹਦੇ ਉੱਤੇ ਜਿਹੜਾ ਉਹ ਅਸਰ ਦਿਖਾਉਣਾ ਹੈ ਅਤੇ ਕਿਸ ਤਰੀਕੇ ਨਾਲ ਇਸ ਮਹਾਮਾਰੀ ਦੇ ਉੱਤੇ ਕਾਬੂ ਆਉਣਾ ਹੈ। ਹਰ ਇੱਕ ਤਰੀਕੇ ਨਾਲ ਹਰ ਮੁਲਕ ਜਿਹੜਾ ਉਹ ਯਤਨ ਕਰ ਰਿਹਾ। ਸੋ ਤੁਹਾਨੂੰ ਵੀ ਇਹ ਚੀਜ਼ ਦਾ ਜਿਹੜਾ ਖਾਸ ਤੌਰ ਤੇ ਯਕੀਨ ਹੋਣਾ ਚਾਹੀਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਸ ਕੋਵਿਡ-19 ਦੇ ਉੱਤੇ ਜਿੱਤ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਪਰ ਹਾਲ ਦੀ ਘੜੀ ਸਾਡੇ ਕੋਲ ਇਸ ਦਾ ਇਲਾਜ ਜਿਹੜਾ ਉਹ ਨਹੀਂ ਹੈਗਾ। ਸੋ ਸਭ ਤੋਂ ਵੱਡਾ ਇਲਾਜ ਜਿਹੜਾ ਉਹ ਇਹੋ ਹੀ ਹੈ ਕਿ ਅਸੀਂ ਜਿੱਥੇ ਆਪਣਾ ਧਿਆਨ ਰੱਖਣਾ ਹੈ, ਜਿੱਥੇ ਆਪਣੇ ਆਪ ਨੂੰ ਜਿਹੜਾ ਅਲਰਟ ਰੱਖਣਾ ਹੈ, ਜਿੱਥੇ ਬਿਨਾਂ ਜਿਹੜੇ ਲੋੜ ਨਹੀਂ ਹੈਗੀ ਅਸੀਂ ਬਾਜ਼ਾਰਾਂ ਦੇ ਵਿੱਚ ਨਹੀਂ ਜਾਣਾ ਅਤੇ ਵੱਧ ਤੋਂ ਵੱਧ ਅਸੀਂ ਚੰਗਾ ਖਾਣ ਪੀਣ ਕਰਕੇ ਜਿਹੜਾ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ। ਜੇ ਰੱਬ ਨਾ ਕਰੇ ਕੱਲ ਨੂੰ ਤੁਹਾਡਾ ਇਸ ਮਹਾਮਾਰੀ ਦੇ ਨਾਲ, ਇਸ ਵਾਇਰਸ ਦੇ ਨਾਲ ਸਾਹਮਣਾ ਹੋ ਸਕਦਾ ਹੈ ਤੇ ਤੁਹਾਡਾ ਸਰੀਰ ਜਿਹੜਾ ਹੈ ਉਸ ਲੜਾਈ ਦੇ ਨਾਲ ਲੜਨ ਲਈ ਸਮਰਥ ਹੋਣਾ ਚਾਹੀਦਾ ਹੈ। ਸੋ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਕਿਉਂਕਿ ਅਸੀਂ ਜਿਹੜਾ ਕੁਝ ਮਹਿਮਾਨਾਂ ਨੂੰ ਜਿਹੜਾ ਖਾਸ ਤੌਰ ਤੇ ਅੱਜ ਸੱਦਾ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਡਾਕਟਰ ਨਗੇਂਦਰਾ ਨੀਰਜ ਜਿਹੜੇ ਨੇ ਉਹ ਸਾਨੂੰ ਖਾਸ ਤੌਰ ਤੇ ਜੁਆਇਨ ਕਰਨਗੇ। ਇਹ ਪੰਤਾਂਜਲੀ ਯੋਗਰਾਮ ਭਾਰਤ ਤੋਂ ਜਿਹੜਾ ਉਹ ਸਾਨੂੰ ਜੁਆਇਨ ਕਰਨਗੇ। ਬਾਬਾ ਰਾਮਦੇਵ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸ਼ੋਅਸ ਜਿਹੜੇ ਨੇ YouTube ਦੇ ਉੱਤੇ ਤੁਸੀਂ ਦੇਖੇ ਹੋਣਗੇ। ਸਮੇਂ-ਸਮੇਂ ਦੇ ਉੱਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਅਤੇ ਵੱਖ-ਵੱਖ ਚੈਨਲਾਂ ਦੇ ਉੱਤੇ ਆ ਕੇ ਇਹ ਲੋਕਾਂ ਨੂੰ ਅਲਰਟ ਕਰਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਨੇ ਕਿ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਆਪਣਾ ਇਲਾਜ ਕਰਨਾ ਤੇ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਮਾਰਕੀਟ ਦੇ ਵਿੱਚ ਜੋ ਵੀ ਚੀਜ਼ਾਂ ਆਪਣੇ ਕੋਲ ਅਵੇਲੇਬਲ ਨੇ ਉਹਨਾਂ ਨੂੰ ਯੂਜ਼ ਕਰਕੇ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਆਪਣੀ ਸਿਹਤ ਨੂੰ ਠੀਕ ਰੱਖਣਾ ਹੈ। ਉਹਨਾਂ ਦੇ ਨਾਲ ਹੀ ਨਾਲ ਸਾਡੇ ਕੋਲ ਖਾਸ ਤੌਰ ਤੇ ਡਾਕਟਰ ਅਰਵਿੰਦ ਗੁਲਾਟੀ ਜੀ ਜਿਹੜੇ ਨੇ ਉਹ ਖਾਸ ਤੌਰ ਤੇ ਅੱਜ ਉਹਨਾਂ ਨੇ ਸਾਨੂੰ ਜੁਆਇਨ ਕੀਤਾ ਹੋਇਆ। ਇਹ ਏਮਸ ਦਿੱਲੀ ਤੋਂ ਜਿਹੜੇ ਨੇ ਉਹ ਰਿਟਾਇਰਡ ਨੇ, ਇਹ ਹੈਡ ਕਾਉਂਸਲਿੰਗ ਸਨ ਉੱਥੇ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਲਾਈਫ ਸਟਾਈਲ ਮੈਨੇਜਮੈਂਟ ਜਿਹੜਾ ਉਹਨੂੰ ਸਿਖਾਉਂਦੇ ਨੇ। ਖਾਸ ਤੌਰ ਤੇ ਇਹਨਾਂ ਦਾ ਜਿਹੜਾ ਇਸ ਵੇਲੇ ਹੈਡ ਆਫਿਸ ਹੈਗਾ ਉਹ ਬੈਂਕਾਕ ਥਾਈਲੈਂਡ ਦੇ ਵਿੱਚ ਹੈਗਾ। ਸੋ ਖਾਸ ਤੌਰ ਤੇ ਅੱਜ ਜਿਹੜੇ ਅਸੀਂ ਮਹਿਮਾਨ ਸੱਦੇ ਨੇ, ਇਹ ਮਹਿਮਾਨ ਜਿਹੜੇ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਜਿਹੜੇ ਐਕਸਪਰਟਸ ਹੈਗੇ ਨੇ ਅਤੇ ਤੁਹਾਨੂੰ ਅੱਜ ਜਿਹੜੀ ਇਹ ਖਾਸ ਤੌਰ ਤੇ ਜਾਣਕਾਰੀ ਦੇਣਗੇ ਕਿ ਕੋਵਿਡ-19 ਦੇ ਨਾਲ ਅਸੀਂ ਕਿਸ ਤਰੀਕੇ ਨਾਲ ਲੜਨਾ ਹੈ ਤੇ ਜਿੰਨੇ ਕੁ ਸਾਡੇ ਕੋਲ ਹਥਿਆਰ ਹੈਗੇ ਨੇ ਉਹਨਾਂ ਹਥਿਆਰਾਂ ਦੇ ਨਾਲ ਅਸੀਂ ਇਸ ਕੋਵਿਡ-19 ਨੂੰ किस तरीके नाल जड़ा ओ हराना है। डॉक्टर नीरज आपका बहुत बहुत धन्यवाद, आपने अपना कीमती समय आज हमें को दिया है। मुझे बताया गया था कि आपको हिंदी जो है वो आपके लिए बेस्ट लैंग्वेज है। सो मैं अपनी तरफ से पूरी कोशिश करूँगा, चाहे हमारी लार्ज व्यूअरशिप जो है वो पंजाबी ऑडियंस है, लेकिन आपके लिए मैं कोशिश करूंगा कि ज़्यादा से ज़्यादा मैं हिंदी में आपको क्वेश्चन जो है वो पुट कर सकूं। सबसे पहले डॉक्टर नीरज, मैंने जैसे अपने इंट्रोडक्शन में बताया था कि हमारे पास ज़्यादा अभी कुछ नहीं है, अभी सिर्फ हम ये कह सकते हैं कि अपने आप को बचाना किस तरीके से है। अगर आप अपनी तरफ से बताएं कि अगर मेडिसिन मार्केट में नहीं है और हर कोई ये कर रहा है कि अभी कोशिशें चल रही है, अभी हम कोशिश कर रहे हैं कोई इसकी मेडिसिन जो है बन सके, पूरी दुनिया में लगभग 185 मुल्क जो हैं वो कोशिश कर रहे हैं इसके ऊपर मेडिसिन बनाने के लिए, लेकिन जो कुछ हमारे अभी सामने जो पोजीशन है, जो हालात हैं, आप इसको देख के क्या बताएंगे हम किस तरीके से कोविड-19 के साथ जो है वो लड़ सकते हैं? बहुत सुंदर, आपने बहुत अच्छी प्रश्न पूछा है, क्योंकि प्रिवेंशन इज बेटर देन क्योर। ये सबसे महत्वपूर्ण है कि हम अपने को कैसे बचाएं, क्योंकि अभी तक इसका इलाज नहीं चला है। और ये कोविड-19 जो है ये ऐसा दुष्ट वायरस है, डिफेंस मैकेनिज्म है, जिसमें जो है हमारा शरीर हमेशा प्रतिक्षण बाहरी कीटाणुओं से, रोगाणुओं से, वायरस से, फंगस से लड़ता रहता है। वो क्षमता को इस प्रकार से तहस नहस कर देता है। हमारी जो सशक्त बनाने वाले टी लिम्फोसाइट्स है, उस टी लिम्फोसाइट्स में वो प्रवेश करके और उसको भी यानी भयंकर रूप से, क्योंकि उसके साथ एक खास प्रकार के एंजाइम निकलता है जो आपके साइटोटॉक्सिक जो टी लिम्फोसाइट्स है उसको जो है अच्छी तरह से उसको नियंत्रित कर देता है। और वो एंजाइम को अप डाउन, क्योंकि जब हमारा शरीर
लड़ने में सशक्त हो जाता है, तो टी लिम्फोसाइट्स कहता है कि अब इसको ये करना है। लेकिन ये चालबाज जो वायरस है कोविड-19, यह उसको भी खत्म करके और उसमें प्रवेश करके एक ऐसा साइटोकाइन स्टॉर्म्स आपके सिंड्रोम पैदा कर रहा है, जिसके कारण जो है आदमी की डेथ हो रही है। अमेरिका में भी हमने देखा कि प्राय उन लोगों की डेथ हुई है जो 65 से लेकर के 90 इयर्स के मध्य में लोग, ज्यादा इस उम्र के लोगों की, क्योंकि ऐसे लोगों की डिफेंस मैकेनिज्म कमजोर हो जाता है। उस डिफेंस मैकेनिज्म को, उस रेजिस्टेंस पावर को, वह जो इनेट हमारा रेजिस्टेंस पावर है और जो हमारा आपके एक्वायर्ड रेजिस्टेंस पावर है, दो प्रकार के रेजिस्टेंस पावर होते हैं। तो इनर जो रेजिस्टेंस पावर है वो कमजोर हो गया और एक्वायर्ड रेजिस्टेंस पावर भी कमजोर हो जाता है। तो उसको शक्तिशाली बनाने के लिए मैं कुछ निवेदन करूंगा जो रिसर्च के ऊपर आधारित है। एक तो हमेशा आपके गर्म पानी का ही सेवन करें, और कुछ जड़ी बूटियां हैं जो हमारे को बहुत शानदार ढंग से हमारे उस लिम्फोसाइट से, जो हमारे मैक्रोफेजेज हैं, उनको ताकत देने वाली होती हैं। जो हमारे इंटरल्यूकिन, ये जो आपके जो है इस प्रकार के साइटोकाइंस और कीमोकाइंस होते हैं जो प्रो इन्फ्लामेटरी होते हैं, उनको भी कैसे शक्तिशाली बना सकते हैं ताकि जो है ना वह उसके ठीक विपरीत काम करे और हमारे उस कोरोना वायरस से, जो कोविड-19 है, जो जिसका अभी तक ज्ञात ही नहीं है उसके, वो ऐसा चालबाज है, बिल्कुल ही एक नवीन और बड़ा ही खतरनाक ढंग का ये वायरस है। तो उसको नियंत्रित करना हमारी सबसे बड़ी बात है कि हमारा डिफेंस मैकेनिज्म शक्तिशाली हो, क्योंकि आज पूरे विश्व में हम देख रहे हैं कि जिस प्रकार से फैल रहा है, चाहे अमेरिका हो, चाहे फ्रांस हो, चाहे जो है आपके चाइना हो, चाहे इंग्लैंड हो, लेकिन उसमें हमारे इंडिया में अभी भी हमारा कंट्रोल में है। और इसका एक बहुत बड़ा कारण है कि हम इंडियन लोगों का जो डिफेंस मैकेनिज्म है वो थोड़ा सा शक्तिशाली है, जो रेजिस्टेंस पावर है, जो हमारा रोग से लड़ने की जो ताकत है वो काफी ठीक है। जी तो डिफेंस डॉक्टर मैकेनिज्म नीरज, मैं शक्तिशाली इसके बनाने के फर्दर जाके मैं इसके ऊपर आपको जरूर जो है इंडिया के ऊपर आपको क्वेश्चन जो है जरूर करूंगा। लेकिन अभी डॉक्टर अरविंद गुलाटी हैं हमारे साथ, मैं उनको भी एक क्वेश्चन करना चाहूँगा। डॉक्टर गुलाटी, जैसे डॉक्टर नीरज ने सानू हुणे दस्सिया है कि असी ਜਿਹੜਾ ਹੈਗਾ ਸਾਡਾ ਜਿਹੜਾ ਬੋਡੀ ਹੈ ਉਹ ਬਹੁਤ ਜਿਹੜੀ ਹੈ ਸਾਨੂੰ ਆਪਣੇ ਤਰੀਕੇ ਨਾਲ ਤਿਆਰ ਕਰਨ ਦੀ ਲੋੜ ਹੈ। ਸਾਡੇ ਕੋਲ ਹੱਲ ਹੈਗਾ ਗਰਮ ਪਾਣੀ ਜਿਹੜਾ ਬਹੁਤ ਵਧੀਆ ਹੈਗਾ। ਲੇਕਿਨ ਕਿਉਂਕਿ ਤੁਸੀਂ ਜਿਹੜਾ ਕਾਉਂਸਲਿੰਗ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਤੁਹਾਡੀ ਪ੍ਰੈਕਟਿਸ ਹੈਗੀ ਹੈ, ਤੁਹਾਡਾ ਐਕਸਪੀਰੀਅੰਸ ਹੈ, ਬੋਡੀ ਨੂੰ ਤਾਂ ਠੀਕ ਕਰ ਲਓਗੇ ਤੁਸੀਂ ਗਰਮ ਪਾਣੀ ਪੀ ਕੇ, ਜੜੀ ਬੂਟੀਆਂ ਹੈਗੀਆਂ ਨੇ, ਪਰ ਮਨ ਨੂੰ ਜਿਹੜਾ ਉਹ ਕਿਸ ਤਰੀਕੇ ਨਾਲ ਠੀਕ ਕਰੋਗੇ? ਕਿਉਂਕਿ ਮਨ ਜਿਹੜਾ ਹੈ ਉਹਨੇ ਪੂਰੀ ਬੋਡੀ ਨੂੰ ਕੰਟਰੋਲ ਕਰਨਾ ਹੈ, ਉਹਨੇ ਤੁਹਾਨੂੰ ਬਾਰ-ਬਾਰ ਜਿਹੜਾ ਸਿਗਨਲ ਦੇਣਾ ਹੈ ਕਿ ਤੁਸੀਂ ਇਸ ਚੀਜ਼ ਨਾਲ ਲੜ ਸਕੋਗੇ ਕਿ ਨਹੀਂ ਲੜ ਸਕੋਗੇ, ਕਿਉਂਕਿ ਇਹ ਆਪਣੇ ਆਪ 'ਚ ਇੱਕ ਬੜਾ ਸਿਸਟਮ ਡਿਫਰੈਂਟ ਹੈਗਾ। ਅਤੇ ਇਹਦੇ ਉੱਤੇ ਕੀ ਕਹੋਗੇ ਤੁਸੀਂ? ਮਨੀਸ਼ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ ਸਾਡਾ ਮਾਈਂਡ ਤੇ ਬੋਡੀ ਜਿਹੜੀ ਹੈ, ਅਸੀਂ ਇਹਨੂੰ ਵੱਖਰਿਆਂ ਨਹੀਂ ਸੋਚ ਸਕਦੇ। ਸਾਡੀ ਬੋਡੀ ਦੀ ਸਾਰੀ ਜਿਹੜੀ ਵਰਕਿੰਗ ਹੈ, ਜਿਵੇਂ ਅਸੀਂ ਡਾਕਟਰ ਦਰਿੰਦਰ ਜੀ ਨੇ ਕਿਹਾ ਕਿ ਸਾਡਾ ਖਾਣ ਪਾਨ ਜਿਹੜਾ ਵੇ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਬਚਾਓ ਕਰ ਸਕਦੇ ਹਾਂ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਉਹਨਾਂ ਨੇ ਬਿਲਕੁਲ ਠੀਕ ਕਿਹਾ। ਪਰ ਇੱਕ ਵੱਡੀ ਗੱਲ ਸਾਨੂੰ ਆਪਣੇ ਮਾਈਂਡ ਵਿੱਚ ਇਹ ਵੀ ਰੱਖਣੀ ਚਾਹੀਦੀ ਹੈ ਹਰ ਇੱਕ ਨੂੰ ਕਿ ਜਿਹੜਾ ਹਿਊਮਨ ਬੀਇੰਗ ਹੈ, ਇਹਦੀ ਸਭ ਤੋਂ ਵੱਡੀ ਇੱਕ ਖਾਸੀਅਤ ਹੈ ਕਿ ਮਾਈਂਡ ਹੀ ਬੋਡੀ ਨੂੰ ਕੰਟਰੋਲ ਕਰਦੀ ਹੈ। ਅਤੇ ਜਦੋਂ ਮਾਈਂਡ ਪੋਜ਼ੀਟਿਵ ਹੋਏਗਾ ਅਤੇ ਸਾਡੀ ਹੋਲਿਸਟਿਕ ਜਿਹੜੀ ਪ੍ਰੀਵੈਂਸ਼ਨ ਹੈ ਉਹ ਇਨਹੈਂਸ ਹੋਏਗੀ। ਉਹਦੇ ਵਿੱਚ ਇਹ ਹੈ ਕਿ ਮਾਈਂਡ, ਜਦੋਂ ਅਸੀਂ ਸਿਰਫ ਇਹ ਹੀ ਸੋਚਾਂਗੇ ਲੋ ਇੰਨੇ ਲੋਕ ਚਲੇ ਗਏ ਨੇ, ਇਹਦੇ ਨਾਲੋਂ ਅਸੀਂ ਇਹ ਸੋਚੀਏ ਕਿੰਨੇ ਹਜ਼ਾਰਾਂ ਲੋਕ ਠੀਕ ਹੋ ਕੇ ਘਰ ਵਾਪਸ ਗਏ ਨੇ ਔਰ ਕਿੰਨੀ ਜ਼ਬਰਦਸਤ ਰਿਸਰਚ ਹੋ ਰਹੀ ਹੈ। ਹਰ ਇੱਕ ਦੁਨੀਆ ਦੇ ਹਰ ਇੱਕ ਕੰਟਰੀ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ ਵੀ ਦੇਖੋ, ਸਭ ਤੋਂ ਵੱਡੀ ਗੱਲ ਹੈ ਵੇ ਕਿ ਜਿਹੜੇ ਸਾਡੇ ਗਵਰਨਮੈਂਟ ਲੈਵਲ 'ਤੇ ਪ੍ਰਧਾਨ ਮੰਤਰੀ ਜੀ ਨੇ ਲੋਕਡਾਊਨ ਕੀਤਾ ਵੇ, ਉਹਦਾ ਇਹ ਮਤਲਬ ਹੈ ਕਿ ਜਦੋਂ ਅਸੀਂ ਇੱਕ ਦੂਜੇ ਦੇ ਕੰਟੈਕਟ ਵਿੱਚ ਨਹੀਂ ਆਵਾਂਗੇ, ਅਸੀਂ ਆਪਣੇ ਆਪ ਨੂੰ ਸੋਸ਼ਲੀ ਆਈਸੋਲੇਟ ਕਰਾਂਗੇ, ਡਿਸਟੈਂਸਿੰਗ ਕਰਾਂਗੇ,
ਸਾਡਾ ਮਾਈਂਡ ਜਿਹੜਾ ਵੇ ਉਹ ਇੱਕ ਜਿਹੜਾ ਵਾਇਰਸ ਹੈ ਉਹਦੇ ਤੋਂ ਤੇ ਦੂਰ ਰਹੇਗਾ ਹੀ, ਪਰ ਸਾਡਾ ਆਪਣਾ ਆਪ ਜਿਹੜਾ ਵੇ ਆਪਣੀ ਪੋਜ਼ਿਟਿਵਿਟੀ ਜਿਹੜੀ ਹੈ ਮਾਈਂਡ ਦੀ, ਉਹ ਸਾਡੀ ਬਾਡੀ ਦਾ ਇਮਿਊਨਿਟੀ ਜੋ ਅਸੀਂ ਖਾਵਾਂਗੇ ਵੱਖਰੇ ਰਵਾਂਗੇ ਉਸ ਚੀਜ਼ ਨੂੰ ਐਨਹਾਂਸ ਕਰਨ ਵਿੱਚ ਬੜੀ ਜ਼ਬਰਦਸਤ ਰੋਲ ਪਲੇ ਕਰੇਗੀ। ਔਰ ਅਗਰ ਸਾਡਾ ਮਾਈਂਡ ਜੀ ਸਟ੍ਰੈਸਡ ਰਹੇਗਾ, ਐਂਗਜ਼ਾਇਟੀ ਰਹੇਗੀ, ਸਾਡਾ ਸਾਰਾ ਫੋਕਸ ਨਿਊਜ਼ ਦੇ ਵਿੱਚ ਅਸੀਂ ਇਹ ਹੀ ਦੇਖਾਂਗੇ ਉਹ ਫਲਾਣੇ ਮੁਲਕ ਦੇ ਵਿੱਚ ਇੰਨੇ ਲੋਕ ਚਲੇ ਗਏ, ਫਲਾਣੇ ਮੁਲਕ ਦੇ ਵਿੱਚ ਦਵਾਈਆਂ ਨਹੀਂ ਹੈਗੀਆਂ। ਇਸ ਤੋਂ ਬਜਾਏ ਅਸੀਂ ਇਹ ਦੇਖੀਏ ਕਿ ਹਰ ਇੱਕ ਡਾਕਟਰ, ਨਰਸ, ਵਰਕਰ, ਸਾਰੀਆਂ ਆਰਗੇਨਾਈਜੇਸ਼ਨ ਗਵਰਨਮੈਂਟ ਲੈਵਲ ਤੇ, NOG ਲੈਵਲ, NGO ਲੈਵਲ ਤੇ, ਔਰ ਜਿੰਨੇ ਸਾਡੇ ਵੋਲੰਟੀਅਰਸ ਲੈਵਲ ਤੇ ਇੰਨਾ ਐਫਰਟ ਕਰ ਰਹੇ ਨੇ, ਉਹ ਐਫਰਟ ਕਿੰਨਾ ਪੋਜ਼ਿਟਿਵ ਹੈ ਔਰ ਉਹਦੇ ਨਾਲ ਕਿੰਨੇ ਲੋਕ ਠੀਕ ਹੋ ਕੇ ਗਏ ਨੇ। ਔਰ ਤੁਸੀਂ ਇਹ ਦੇਖੋ, ਜਦੋਂ ਅਸੀਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪੋਪੂਲੇਸ਼ਨ ਹੈ ਬਾਕੀ ਕੰਟਰੀਜ਼ ਦੇ ਹਿਸਾਬ ਦੇ ਨਾਲ, ਬੜਾ ਵੱਡਾ ਮੁਲਕ ਹੈ। ਅਗਰ ਸੋਚਿਆ ਜਾਏ ਤਾਂ ਕੁਝ ਮੁਲਕਾਂ ਨੂੰ ਇਕੱਠਾ ਕਰਕੇ ਇੱਕ ਮੁਲਕ ਹੈ। ਹਰ ਇੱਕ ਸਟੇਟ ਦੀ ਆਪਣੀ ਕਲਚਰਲ ਬੈਕਗਰਾਉਂਡਸ ਹੈ, ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਡਿਫਰੈਂਟ ਹੈ। ਹੋਲਿਸਟਿਕਲੀ ਸਾਰਾ ਕੁਝ ਕੰਟਰੋਲ ਕੀਤਾ ਜਾ ਰਿਹਾ ਔਰ ਉਹਦੇ ਅੱਛੇ ਰਿਜ਼ਲਟਸ ਆ ਰਹੇ ਨੇ। ਬਾਕੀ ਕੰਟਰੀਜ਼ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਘਰ ਵਾਪਸ ਜਾ ਰਹੇ ਨੇ, ਅਗਰ ਅਸੀਂ ਉਸ ਨਿਊਜ਼ ਤੇ ਫੋਕਸ ਕਰਾਂਗੇ ਤੇ ਸਾਡਾ ਮਾਈਂਡ ਆਟੋਮੈਟਿਕਲੀ ਸਾਡੀ ਬਾਡੀ ਨੂੰ, ਜੋ ਬਾਡੀ ਲਈ ਅਸੀਂ ਪ੍ਰੀਕਾਸ਼ਨਸ ਡਾਈਟ ਦੀਆਂ, ਆਈਸੋਲੇਸ਼ਨ ਦੀਆਂ ਦੇ ਰਹੇ ਹਾਂ, ਉਹਨਾਂ ਦਾ ਜ਼ਿਆਦਾ ਇਫੈਕਟ ਹੋਏਗਾ। ਕੋ ਡਾਕਟਰ ਗੁਲਾਟੀ, ਇਹ ਜਿਹੜਾ ਬਾਡੀ ਦੇ ਬਾਰੇ ਮੇਰੇ ਸਾਹਮਣੇ ਡਾਕਟਰ ਨੀਰਜ ਜਿਹੜਾ ਉਹ ਬੈਸਟ ਆਪਾਂ ਨੂੰ ਗਾਈਡ ਜਿਹੜਾ ਉਹ ਕਰ ਸਕਦੇ ਨੇ। ਡਾਕਟਰ ਨੀਰਜ, ਜਿਸ ਤਰੀਕੇ ਨਾਲ ਅਸੀਂ ਗੱਲ ਕਰਦੇ ਇੰਡੀਅਨਸ ਜਿਹੜੇ ਹੈਗੇ ਨੇ, ਤੁਸੀਂ ਡਿਫਰੈਂਸ ਜਿਹੜਾ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇੰਡੀਅਨਸ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜਾ ਇਸ ਬਿਮਾਰੀ ਦਾ ਜਿਹੜਾ असर है वो काफ़ी कम है। और अगर इंडियंस की हम बात करते हैं तो इंडियंस में आपको क्या लगता है कि इंडियंस जो हैं ज़्यादा हार्ड वर्किंग है? क्योंकि अगर इंडियंस के हम काम करने की बात करते हैं तो ज़्यादा लोग जो है मेहनत कश हैं, वो सारा दिन जो मेहनत करते हैं, ज़्यादा समय जो है वो पसीना बहाने में वो लोग लगाते हैं। और कई लोग अगर बात करें तो इंडिया में जैसे इंडिया ने योग जो है पूरी दुनिया को दिया है और योगा के कारण हम इंडिया एक ने पूरे वर्ल्ड में एक नया नाम जो है इंडिया ने अपना क्रिएट किया है। तो क्या आप उस चीज़ को भी आप मानते हैं कि उस कारण भी जो है ये कोविड-19 ने इंडिया में कम अटैक किया है? जैसे हम अमेरिका की बात करते हैं, UK की बात करते हैं, स्पेन की बात करते हैं, जैसे वहाँ पे कैजुअलिटी रेट है, जहाँ पे बहुत ज़्यादा केसेस हर रोज़ आ रहे हैं, उस हिसाब से तो इंडिया फार बेटर है। बहुत बिल्कुल सही है कि हमारा इम्यून सिस्टम और देश की अपेक्षा काफी अच्छा है और इसका बहुत बड़ा प्रभाव हमारी परंपरा है, हमारी संस्कृति है, हमारे संस्कार हैं कि वह जो है एक काफी लोग धर्मावलंबी होते हैं, धर्म के प्रति उनकी आस्था होती है और धर्म के प्रति आस्था होती है तो पूजा पाठ, प्रार्थना, इन सब में ज्यादा रुचि लेते हैं। और उसके कारण क्या होता है कि जितना हम यानी अपने को धार्मिक दृष्टि से सशक्त बनाएंगे, जितना हम खुश रहेंगे, यहाँ पे खुशी, हैप्पीनेस जो है वो भी काफी अच्छा है और जगह अपेक्षा। हालांकि यहाँ बहुत सारी कमियां भी हैं, लेकिन हैप्पीनेस जो है वह हैप्पीनेस लेवल जो है काफी अच्छा है। ये हमारी परंपरा से जुड़ा हुआ है और जितनी हैप्पीनेस हमारी रहेगी, जितनी हमारे चेहरे पर मुस्कुराहट रहेगी, जितना हम अच्छी तरह से हमारी सोच होगी, थॉट्स बिकम्स रियलिटी। यदि हमारा सोच पॉजिटिव है तो अपने आप उसका प्रभाव सारे शरीर के सिस्टम पर होता है। ਡਾਕਟਰ ਨੀਰਜ, ਜਿਹੜੀ ਆਪਾਂ ਚੀਜ਼ ਦੇ ਉੱਤੇ ਗੱਲ ਕਰ ਰਹੇ ਸਾਂ, ਜਿਸ ਤਰੀਕੇ ਨਾਲ ਤੁਸੀਂ ਹੁਣੇ ਬਜ਼ੁਰਗਾਂ ਬਾਰੇ ਜਿਹੜੀ ਉਹ ਗੱਲ ਕਰ ਰਹੇ ਸਾਂ, ਤੇ ਜਿਹੜੇ ਬੱਚੇ ਨੇ ਖਾਸ ਤੌਰ ਤੇ ਵਿਦੇਸ਼ੀ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ, ਕੋਸ਼ਿਸ਼ ਹੁੰਦੀ ਹੈ ਇੱਥੇ ਦੀ ਲਾਈਫ ਸਟਾਈਲ ਜਿਹੜਾ ਇੰਡੀਆ ਨਾਲੋਂ ਬਹੁਤ ਡਿਫਰੈਂਟ ਹੈ। ਇਹ ਆਪਾਂ ਚੀਜ਼ ਨੂੰ ਇਹਨੂੰ ਮੰਨ ਕੇ ਚੱਲੀਏ, ਕਿਉਂਕਿ ਪਹਿਲਾਂ ਜਦੋਂ ਮਾਹੌਲ ਠੀਕ ਸੀ, ज़्यादा लोग हैं, जो परिवार हैं, ख़ास तौर पे जो पेरेंट्स हैं, उनको होता है कोई डे शिफ्ट में काम कर रहा है, कोई नाइट शिफ्ट में काम कर रहा है, तो ज़्यादा जो फोकस था, जो ज़्यादा चीज़ें हैं वो होती कि टीन वाले डब्बे में खाना खा लो, जो रेडीमेड है वो बाहर से ले आओ, कोई पिज़्ज़ा ऑर्डर कर रहा है, कोई कुछ ऑर्डर कर रहा है। लेकिन इस अपनी अपनी चीज़ का एक माहौल होता है। लेकिन जिस टाइम फ्रेम से अब हम लोग निकल रहे हैं, आप क्या सजेस्ट करोगे कि बच्चों के लिए क्या खास तौर पे पकवान होना चाहिए, क्या उनके लिए खास तौर पे पकाया जाए जिसको अच्छे तरीके से खा भी सकें
पसंद भी करें और उनकी सेहत के लिए भी अच्छा हो? बच्चों को थोड़ा सा हमें समझाना चाहिए, बच्चों को अंडरस्टैंडिंग पैदा करनी चाहिए कि जितने भी प्रोसेस्ड फूड है, वह प्रोसेस्ड फूड में इतनी मात्रा में कैलोरी होता है, फैट होता है, शुगर होता है, जो हमारे सिस्टम को साथ ही साथ हमें नशा पैदा कर देता है कि जब तक उसे व्यक्ति खाए नहीं, तब तक उसे लगता है कि कुछ हमारे शरीर के अंदर कमी हो रही है। तो हमारे जो परंपरागत आहार है, उसी को स्वादिष्ट बनाकर हम क्यों न खाएं। जैसे ओट का दलिया है, बहुत अच्छा रहता है। ओट के दलिया को बच्चे के अनुकूल बनाएं, उसे मीठा बनाना चाहे मीठा बनाएं, उसे नमकीन बनाना चाहे नमकीन बनाएं, उसमें बहुत सारी सब्जियां डाल दें तो बहुत ही स्वादिष्ट बनता है। उसमें खूब सारी सब्जियां, जो भी सब्जियां, पालक है, टमाटर है, तो उससे हमारा गट्स के जो माइक्रोबायोम डाइवर्सिटी वो भी सही रहते हैं। और साथ ही साथ ओट में कुछ ऐसे तत्व पाए जाते हैं जो डिफेंस मैकेनिज्म को शक्तिशाली बनाते हैं। उसमें विटामिन ई, खास करके अल्फा टोकोफेरॉल, ट्राइट्रिकोनॉल, ये जो है ऐसे तत्व पाए जाते हैं। ये जो है ये कुछ ऐसे आहार हैं। इसके अतिरिक्त जो है आपके फलों का जो है आदत डालनी चाहिए बच्चों को कि फल ज्यादा से ज्यादा खाएं। क्योंकि अमेरिका में, क्योंकि मैं अमेरिका में हर साल आता हूँ, मेरा वहां जो है वर्कशॉप होता है, तो मेरे को पता है कि इन बच्चों को, लेकिन ये जब हम हैबिट कल्टीवेट करना शुरू से ही, माता पिता का बहुत बड़ा रोल होता है कि बचपन से ही उनको इस प्रकार से हैबिट कल्टीवेट करें जिससे वो स्वस्थ और सशक्त जीवन जी सकें। तो हमारी जो परंपरागत जो चीजें हैं, दलिया है, रोटी है, खिचड़ी है, और इनमें खूब सारी सब्जियां स्प्राउटेड, जैसे मूंग है, मोठ है, मसूर है, चना है, मूंगफली है, इसको स्प्राउट करके भिगो करके और इसको आप खमन बनाइए। इसको आप जो है जो बनाना चाहें, आप इडली बनाइए या जो है वहीं पर जैसे पिज्जा और बर्गर का रूप भी इसको धारण दे सकते हैं। जैसे इसे स्प्राउटेड को क्या करना चाहिए कि अच्छी तरह से स्प्राउट करके भिगो करके फिर इसको जो है ना मिक्सी में पीस करके दही में रख दीजिए 3-4 घंटे, फर्मेंटेशन हो जाता है। और उससे जो आप खमन बनाइए, जितने प्रकार के आहार आप बना सकते हैं बच्चों के स्वाद और उसमें जो जो चीजें डालनी है डाल करके उनको बनाए, तो उससे उनके बच्चों के डिफेंस मैकेनिज्म शक्तिशाली होगा। और ये हमें हैबिट कल्टीवेट करना है बचपन से, क्योंकि हैबिट कल्टीवेशन बहुत जरूरी है कि जैसा हम संस्कार डालते हैं उसी प्रकार से आगे बच्चे व्यवहार भी करते हैं। इतना ही नहीं, जो लेटेस्ट हमारा रिसर्च है कि गर्भावस्था में जो माताएं खाती हैं, जो माताएं गर्भावस्था में खाती हैं, वही बच्चा पैदा होने के बाद में वही भोजन पसंद करता है जिसने माता ने गर्भावस्था में खाई है। तो ये भी हमें ध्यान में रखना चाहिए कि शुरू से ही बच्चों को हम अच्छे कल्टीवेट करते हैं, आदतें, कल्चर हम अच्छा डालते हैं, संस्कार हम अच्छा डालते हैं, तो बच्चे स्वस्थ होंगे ही और उनको वही पसंद आएगा जो हमारी भारतीय संस्कृति और संस्कार से जुड़ा हुआ आहार है। बिल्कुल। डॉक्टर नीरज, एक सवाल था जो हमारा शीर्षक था आज के शो का, कि क्या कोरोना वायरस का बिना किसी दवाई के इलाज संभव है? जैसे आपने बताया अभी, हम बिल्कुल आपकी बातों से लगता है कि हाँ, उसका इलाज है। और हमारे घरों में बहुत सारी ऐसी चीज़ें हैं जिस चीज़ों के साथ अगर हम उनको सही तरीके से यूज़ करें तो हम इसका इलाज जो है कर सकते हैं। तो जाते जाते, क्योंकि हमारा समय जो है लगभग समाप्त हो चुका है, आप अपनी तरफ से हमारी ऑडियंस को, जो आज प्रोग्राम को देख रहे हैं, उनको आप क्या कह के जाएंगे कि कोरोना वायरस के साथ किस तरीके से वो फाइट कर सकते हैं? और जो लोग अभी मार्केट में कह रहे हैं कि इसकी दवाई नहीं है, और आपको क्या लगता है कि घर में क्या क्या है और किस तरीके से हम इलाज कर सकते हैं? बस जो चीज हमने बताई है कि हमेशा गर्म पानी, प्राणायाम करें, आहार में फल और सब्जियों का महत्व ज्यादा दें, ताजे फल, ताजी हरी सब्जियों का प्रयोग करें और योग करें, प्राणायाम करें, आसन करें, सहज एक्सरसाइज जो सहजता से हो सकता है वो करें, अच्छा अध्ययन करें, गुरु ग्रंथ साहिब का जरूर अध्ययन करें, क्योंकि उससे हमारे जीवन को हमारे एक नया आयाम मिलता है, एक नया सीखने का मौका मिलता है कि हम कैसे जो है स्वस्थ और सशक्त जीवन जी सकते हैं। ये गुरु ग्रंथ साहब एक बहुत बड़ा ग्रंथ है जो हमारे जीवन को प्रत्येक दृश्य से, मल्टी डायमेंशनल हमारे विकास की जो है सारी संभावनाएं उसमें व्यक्त की गई हैं, तो उनका अध्ययन करना चाहिए। और अच्छे विचार, यानी रॉन्ग फीडिंग, रॉन्ग लिविंग, रॉन्ग थिंकिंग, रॉन्ग कल्टिवेशन हैबिट, इसको खत्म करना है और
प्रॉपर डाइट, प्रॉपर एक्सरसाइज, प्रॉपर मेंटल एटीट्यूड, प्रॉपर रेस्ट, प्रॉपर कल्टीवेशन ऑफ हैबिट। क्योंकि जैसा हम सोचते हैं वैसा ही हम होते हैं। क्योंकि जहां हमारा गलत थिंकिंग होता है शरीर के अंदर कुछ जहरीले पदार्थ बनने लग जाते हैं, और वही जब आप अच्छे सोचते हैं जहरीले पदार्थ जिसको हम बोलते हैं आपके एंजियोटेंसिन है, रेनिन, एंजियोटेंसिन, एल्डोस्टेरोन सिस्टम सक्रिय हो जाता है, एड्रेनलिन की मात्रा बढ़ जाती है। जहां आप सही सोते हैं तो आपके बहुत सुंदर अमृत तुल्य जो है शरीर के अंदर होने लग जाता है। तो हमारा सोच जो है जितना अच्छा हो सके, इसलिए मैं कहता हूं कि कोई भी विषम परिस्थिति क्यों न हो, जिस काम को आप कर सकते हैं उसके लिए क्या चिंता करना, और जिस काम को नहीं कर सकते हैं उसको क्या चिंता करना, उसको भगवान के ऊपर, गुरु ग्रंथ साहिब के ऊपर छोड़ दीजिए, नियति पर छोड़ दीजिए, आपको अच्छा ही होगा, भला ही होगा। तो ये चीजें हम अपने जीवन में उतारेंगे तो हमारा रोग से लड़ने की ताकत बढ़ेगी, शक्ति बढ़ेगी, और हम सशक्त होंगे, सबल होंगे, और कोविड-19 से अच्छी तरह से जो है हम लोहा ले सकते हैं, ये हमारा मानना है। तो ये आपको ध्यान में रखना है कि एक्सरसाइज, गर्म पानी, हमेशा गर्म पानी पीना है, और घर में जो भी चीजें हैं उसका काढ़ा बनाकर पिए, नींबू का छिलका है, ये सब चीजें ले, जरूर जो है उससे लाभ मिलेगा। जी बिल्कुल, डॉक्टर नीरज ने जिस तरीके ਨਾਲ ਕਿਹਾ ਜਿਹੜੀ ਚੀਜ਼ ਦੇ ਉੱਤੇ ਸਾਡਾ ਕਾਬੂ ਹੀ ਨਹੀਂ ਹੈਗਾ ਉਹਤੇ ਤੇ ਫਿਰ ਡਰਨ ਦੀ ਕੀ ਲੋੜ ਹੈਗੀ। ਜੇ ਕਾਬੂ ਹੋਵੇ ਤਾਂ ਜ਼ਰੂਰ ਲੜੀਏ, ਤੇ ਜੇ ਕਾਬੂ ਨਹੀਂ ਹੈਗਾ ਤਾਂ ਬਾਕੀ ਫਿਰ ਆਪਣੇ ਵੱਲੋਂ ਜਿਹੜੀ ਕੋਸ਼ਿਸ਼ ਹੈਗੀ ਉਹ ਕਰ ਲਓ, ਤੇ ਬਾਕੀ ਜਿਹੜਾ ਉਹ ਰੱਬ ਦੇ ਉੱਤੇ ਛੱਡ ਦਿਓ। ਜੇ ਚੰਗੀ ਨੀਅਤ ਨਾਲ ਕਰਾਂਗੇ ਤਾਂ ਉਹਦਾ ਜ਼ਰੂਰ ਫਲ ਵੀ ਜਿਹੜਾ ਉਹ ਚੰਗਾ ਮਿਲੇਗਾ। ਪਰ ਸਾਡੀ ਜਿਹੜੀ ਕੋਸ਼ਿਸ਼ ਹੈਗੀ ਸੀ ਕਿ ਅਸੀਂ ਤੁਹਾਨੂੰ ਜਿਹੜਾ ਪਾਵਰਫੁਲ ਬਣਾਉਣ ਦੀ ਕੋਸ਼ਿਸ਼ ਕਰੀਏ। ਅਸੀਂ ਸ਼ੋਆਂ ਦੇ ਵਿੱਚ ਤੁਹਾਨੂੰ ਪੋਲੀਟੀਕਲ ਹਾਲਾਤਾਂ ਦੇ ਵਿੱਚ ਨਾ ਉਲਝਾਈਏ। ਪੋਲੀਟੀਕਲ ਹਾਲਾਤ ਜਿਹੜੇ ਨੇ ਉਹ ਵੱਖਰੇ ਨੇ, ਬਾਕੀ ਟੀਵੀ ਚੈਨਲ ਜਿਹੜੇ ਨੇ ਪੋਲੀਟੀਕਲ ਲੜਾਈਆਂ ਜਿਹੜੀਆਂ ਉਹ ਲੜ ਰਹੇ ਨੇ, ਪਰ ਸਾਡੀ ਇਹ ਕੋਸ਼ਿਸ਼ ਹੈ ਕਿ ਤੁਹਾਨੂੰ ਕੋਵਿਡ-19 ਦੇ ਵਿੱਚ ਜਿਹੜਾ ਹੈ ਕਿਸ ਤਰੀਕੇ ਨਾਲ ਸਟਰੋਂਗ ਬਣਾਇਆ ਜਾ ਸਕੇ, ਕਿਸ ਤਰੀਕੇ ਨਾਲ ਜਿਹੜੀਆਂ ਸਾਡੇ ਕੋਲ ਮੈਡੀਸਨ ਨੇ, ਜਿਹੜੀਆਂ ਘਰ ਦੇ ਵਿੱਚ ਸਾਡੇ ਕੋਲ ਹੈਗੀਆਂ ਨੇ, ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ, ਉਹਦੇ ਬਾਰੇ ਜ਼ਰੂਰ ਤੁਹਾਨੂੰ ਅਸੀਂ ਦੱਸਿਆ। ਪਰ ਅਸੀਂ ਕਿਸੇ ਵੀ ਮੈਡੀਸਨ ਨੂੰ ਜਿਹੜਾ ਅੱਜ ਦੇ ਸ਼ੋਅ ਦੇ ਵਿੱਚ ਦੱਸਿਆ ਉਹ ਰਿਕਮੈਂਡ ਨਹੀਂ ਕਰਦੇ, ਕਿਉਂਕਿ ਹਰੇਕ ਦੇ ਸਰੀਰ ਨੂੰ ਵੱਖਰੇ ਤਰੀਕੇ ਦੀਆਂ ਪ੍ਰੋਬਲਮਸ ਹੋ ਸਕਦੀਆਂ ਨੇ। ਪਰ ਜੇ ਕੋਈ ਕਹੇ ਕਿ ਮੈਂ ਇਹ ਸ਼ੋਅ ਦੇ ਵਿੱਚ ਸੁਣ ਕੇ ਉਹਨੂੰ ਇੰਪਲੀਮੈਂਟ ਕਰ ਰਿਹਾ, ਬਿਲਕੁਲ ਨਹੀਂ। ਤੁਸੀਂ ਡਾਕਟਰ ਨੀਰਜ ਦੇ ਵੈਬ ਪੇਜ ਹੈਗੇ ਨੇ, ਡਾਕਟਰ ਨੀਰਜ ਦੇ YouTube ਪੇਜ ਹੈਗੇ ਨੇ, ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਸੋਸ਼ਲ ਮੀਡੀਆ ਤੇ ਜਾ ਕੇ ਚੈੱਕ ਕਰ ਸਕਦੇ ਹੋ, ਤਾਂ ਜੋ ਕਿ ਆਪਣੇ ਸਰੀਰ ਦੇ ਮੁਤਾਬਿਕ ਜਿਹੜੀਆਂ ਹੈਗੀਆਂ ਨੇ ਉਹ ਚੀਜ਼ਾਂ ਨੂੰ ਹੀ ਤੁਸੀਂ ਜਿਹੜਾ ਹਾਸਲ ਕਰੋ ਤੇ ਉਹਦੇ ਨਾਲ ਆਪਣੇ ਆਪ ਨੂੰ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਕਰੋ। ਸਾਡੇ ਵੱਲੋਂ ਸਿਰਫ ਇੰਨਾ ਹੀ ਤੁਹਾਨੂੰ ਜਿਹੜਾ ਉਹ ਕਹਿਣ ਦੀ ਅਸੀਂ कोशिश कर रहे हैं। तो डॉक्टर नीरज आप जी का बहुत बहुत धन्यवाद, आपने हमें कीमती अपना समय दिया। लेकिन मेरा पूरी एक कोशिश होगी कि आने वाले समय में मैं कम से कम 1 या 2 और शो करूं जो सिर्फ के सिर्फ आप लोगों को जो है वो बता सकें कि किस तरीके से अपने जीवन में तब्दीली लगा के, ख़ास तौर पे खाने को लेकर आप कैसे अपने आप को ठीक रख सकते हैं, और कैसे ऐसे जो कोविड-19 जैसे वायरस हैं आप उसके साथ जो है लड़ सकते हैं। तो डॉक्टर गुलाटी, अगली बार तुहाडे को दोबारा असीं आवांगे, दोबारा तुहाडे नाल गलबात करांगे, तो दोबारा तुहाडे नाल जिहड़ियां तुहाडे दिल दीयां गल्लां जिहड़ियां असीं जानन दी कोशिश करांगे, जिहदे नाल लोक अपने मन नूं जिहड़ा ओह ठीक रख सकन। सो तुहाडा दोनों दा बहुत बहुत धन्नवाद। डॉक्टर नीरज तुहाडा ते डॉक्टर गुलाटी तुहाडा बहुत बहुत धन्नवाद। कल दोबारा असीं शो दे विच आवांगे, तद तक सानूं दिओ इजाजत। बहुत बहुत धन्नवाद। रब रखा। सत श्री अकाल।